ਹੈਲੋ ਡੀਅਰ ਸਟੂਡੈਂਟਸ, ਕੱਲ੍ਹ ਦਾ ਜਿਹੜਾ ਆਪਣਾ ਵੀਡੀਓ ਲੈਕਚਰ ਸੀਗਾ ਬਹੁਤ ਜ਼ਿਆਦਾ ਇੰਪੋਰਟੈਂਟ ਸੀਗਾ। ਆਈ ਹੋਪ ਸਾਰਿਆਂ ਨੇ ਉਹ ਵੀਡੀਓ ਲੈਕਚਰ ਜ਼ਰੂਰ ਦੇਖ ਲਿਆ ਹੋਊਗਾ। ਜੇ ਹਾਲੇ ਵੀ ਕੋਈ ਇੱਦਾਂ ਦਾ ਤੁਹਾਡੇ ਵਿੱਚੋਂ ਸਟੂਡੈਂਟ ਹੈਗਾ ਜਿਹਨੇ ਉਹ ਵਾਲਾ ਕੱਲ੍ਹ ਵਾਲਾ ਵੀਡੀਓ ਲੈਕਚਰ ਨਹੀਂ ਦੇਖਿਆ, ਜਿਹਦੇ ਵਿੱਚ ਆਪਾਂ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ ਐਂਡ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਕਵਰ ਕੀਤੇ ਨੇ, ਦੈਨ ਪਲੀਜ਼ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਉਹ ਵਾਲੀ ਵੀਡੀਓ ਜ਼ਰੂਰ ਦੇਖ ਲਿਓ, ਬਿਕੋਜ਼ ਦੈਟ ਟੌਪਿਕ ਇਜ਼ ਵੈਰੀ ਵੈਰੀ ਇੰਪੋਰਟੈਂਟ। ਠੀਕ ਹੈ, ਉਹਦੀ ਕਲੈਰੀਫਿਕੇਸ਼ਨ ਨਹੀਂ ਹੋਊਗੀ ਤਾਂ ਇਸ ਵੈਕਟਰਸ ਦੇ ਜਿਹੜੇ ਅਗਲੇ ਟੌਪਿਕਸ ਨੇ ਨਾ, ਉਹਨਾਂ ਨੂੰ ਸਮਝਣ 'ਚ ਬਹੁਤ ਦਿੱਕਤ ਹੋਣੀ ਹੈ ਤੁਹਾਨੂੰ। ਠੀਕ ਹੈ, ਸੋ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਐਂਡ ਟ੍ਰਾਇੰਗਲ ਆਫ ਵੈਕਟਰ ਐਡੀਸ਼ਨ ਤੁਹਾਨੂੰ ਆਉਣੀ ਚਾਹੀਦੀ ਹੈ। ਜੇ ਤੁਸੀਂ ਉਹ ਵੀਡੀਓ ਆਲਰੇਡੀ ਦੇਖ ਚੁੱਕੇ ਹੋ ਦੈਨ ਆਪਾਂ ਕੰਟੀਨਿਊ ਕਰਦੇ ਹਾਂ ਅੱਜ ਦੇ ਇਸ ਵੀਡੀਓ ਲੈਕਚਰ 'ਤੇ। ਠੀਕ ਹੈ, ਲੈਟਸ ਸਟਾਰਟ ਦਿਸ ਵੀਡੀਓ। ਅੱਜ ਦੇ ਇਸ ਵੀਡੀਓ ਲੈਕਚਰ 'ਚ ਜਿਹੜਾ ਪਹਿਲਾ ਟੌਪਿਕ ਆਪਣਾ ਦੈਟ ਇਜ਼ ਪੋਲੀਗਨ ਲਾਅ ਆਫ ਵੈਕਟਰ ਐਡੀਸ਼ਨ। ਪੋਲੀਗਨ ਲਾਅ ਆਫ ਵੈਕਟਰ ਐਡੀਸ਼ਨ, ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ ਐਂਡ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਆਲਰੇਡੀ ਆਪਾਂ ਕੱਲ੍ਹ ਦੀ ਵੀਡੀਓ 'ਚ ਕਵਰ ਕੀਤੇ ਨੇ, ਹੈ ਨਾ। ਪੋਲੀਗਨ ਲਾਅ ਆਫ ਵੈਕਟਰ ਐਡੀਸ਼ਨ ਦੇ ਵਿੱਚ ਕੀ ਹੁੰਦਾ, ਆਪਾਂ ਮੋਰ ਦੈਨ 2 ਵੈਕਟਰਸ ਨੂੰ ਆਪਸ 'ਚ ਐਡਅਪ ਕਰਨਾ ਹੈ। ਟ੍ਰਾਇੰਗਲ ਆਫ ਵੈਕਟਰ ਐਡੀਸ਼ਨ 'ਚ ਆਪਾਂ 2 ਵੈਕਟਰਸ ਨੂੰ ਆਪਸ 'ਚ ਐਡਅਪ ਕੀਤਾ, ਸੇਮ ਆਪਾਂ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ 'ਚ ਵੀ ਕੀਤਾ ਸੀਗਾ। ਲੇਕਿਨ ਹੋ ਸਕਦਾ ਜਨਰਲੀ ਆਪਾਂ ਨੂੰ ਇੱਦਾਂ ਵੈਸੇ ਐਟਲੀਸਟ ਫਿਜ਼ਿਕਸ ਦੀਆਂ ਪ੍ਰੋਬਲਮਸ 'ਚ +1 ਦੀ ਜੇ ਮੈਂ ਗੱਲ ਕਰਾਂ ਨਹੀਂ ਦੇਖਣ ਨੂੰ ਮਿਲੂਗਾ ਕਿ 2 ਤੋਂ ਜ਼ਿਆਦਾ ਵੈਕਟਰਸ ਇਨਕਲੂਡਡ ਨੇ ਕਿਸੇ ਵੀ ਲੈਟਸ ਸੇ ਨਿਊਮੈਰੀਕਲ ਵਗੈਰਾ 'ਚ, ਰਾਈਟ। ਬਟ ਇਨ ਜਨਰਲ ਜੇ ਆਪਾਂ ਗੱਲ ਕਰੀਏ ਤਾਂ ਹਾਂ 2 ਤੋਂ ਜ਼ਿਆਦਾ ਵੈਕਟਰਸ ਨੂੰ ਵੀ ਆਪਾਂ ਆਪਸ 'ਚ ਐਡਅਪ ਕਰ ਸਕਦੇ ਹਾਂ, ਰਾਈਟ। ਹੋ ਸਕਦਾ ਕਿਸੇ ਪਰਟੀਕੂਲਰ ਕੇਸ 'ਚ ਆਪਾਂ ਨੂੰ ਇੱਦਾਂ ਦੀ ਚੀਜ਼ ਦੇ ਨਾਲ ਵੀ ਡੀਲ ਕਰਨਾ ਪਵੇ ਜਿੱਥੇ ਐਕਚੁਅਲੀ 2 ਤੋਂ ਜ਼ਿਆਦਾ ਵੈਕਟਰਸ ਨੇ। ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ 2 ਤੋਂ ਜ਼ਿਆਦਾ ਵੈਕਟਰਸ ਨੂੰ ਵੀ ਆਪਾਂ ਐਡਅਪ ਕਰ ਸਕਦੇ ਹਾਂ ਐਂਡ ਸਟਿਲ ਵੀ ਕੈਨ ਗੈਟ ਸਮ ਕਾਈਂਡ ਆਫ ਰਿਜ਼ਲਟੈਂਟ। ਠੀਕ ਹੈ, ਦੇਖਦੇ ਹਾਂ ਕਿੱਦਾਂ। ਲੈਟਸ ਸਪੋਜ਼ ਕਿਸੇ ਵੀ ਪਰਟੀਕੂਲਰ ਵੈਕਟਰ ਦੀ ਮੈਂ ਐਗਜ਼ਾਮਪਲ ਲੈ ਕੇ ਚੱਲਦਾ ਸੋ ਦੈਟ ਤੁਹਾਨੂੰ ਜ਼ਿਆਦਾ ਕਲੈਰੀਫਿਕੇਸ਼ਨ ਹੋਵੇ। ਫੋਰ ਐਗਜ਼ਾਮਪਲ ਲੈਟਸ ਸੇ ਡਿਸਪਲੇਸਮੈਂਟ ਸਭ ਤੋਂ ਈਜ਼ੀਐਸਟ ਵੈਕਟਰ ਹੈ ਆਪਣਾ। ਇੱਕ ਲੈਟਸ ਸਪੋਜ਼ ਕੋਈ ਪਰਟੀਕੂਲਰ ਪੁਆਇੰਟ ਸੀਗਾ O ਪੁਆਇੰਟ, ਇਹ ਤੁਹਾਡਾ ਓਰੀਜਨ ਹੋ ਗਿਆ। O ਮੀਨਸ ਓਰੀਜਨ, ਹੈ ਨਾ। ਇੱਥੋਂ ਤੁਸੀਂ ਚੱਲਣਾ ਸ਼ੁਰੂ ਕਰ ਰਹੇ ਹੋ। ਲੈਟਸ ਸਪੋਜ਼ ਪਹਿਲਾਂ ਤੁਸੀਂ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਚੱਲ ਕੇ A ਪੁਆਇੰਟ 'ਤੇ ਪਹੁੰਚ ਗਏ, ਫਿਰ A ਪੁਆਇੰਟ ਤੋਂ ਮੂਵ ਕਰਕੇ ਤੁਸੀਂ ਪਹੁੰਚ ਗਏ B ਪੁਆਇੰਟ 'ਤੇ। ਇਹ ਤੁਹਾਡੀ ਡਿਸਪਲੇਸਮੈਂਟ ਸ਼ੋ ਕਰ ਰਿਹਾ ਹੈ ਜਿਹੜਾ ਵੈਕਟਰ ਹੈ, ਰਾਈਟ। ਦਿਸ ਇਜ਼ ਡਿਸਪਲੇਸਮੈਂਟ ਵੈਕਟਰ। ਸਿਮਿਲਰਲੀ ਦਿਸ ਇਜ਼ ਆਲਸੋ ਅ ਡਿਸਪਲੇਸਮੈਂਟ ਵੈਕਟਰ, ਰਾਈਟ। ਦੈਨ ਤੁਸੀਂ ਮੂਵ ਕਰਕੇ ਪਹੁੰਚ ਕੇ ਲੈਟਸ ਸਪੋਜ਼ C ਪੁਆਇੰਟ ਦੇ ਉੱਤੇ, ਦਿਸ ਇਜ਼ ਦਾ C ਪੁਆਇੰਟ, ਰਾਈਟ। ਦੈਨ ਡਾਇਰੈਕਸ਼ਨ ਤੁਸੀਂ ਥੋੜ੍ਹੀ ਜਿਹੀ ਚੇਂਜ ਕੀਤੀ, ਤੁਸੀਂ ਪਹੁੰਚ ਚੁੱਕੇ ਹੋ ਇੱਥੇ D ਪੁਆਇੰਟ ਦੇ ਉੱਤੇ। ਠੀਕ ਹੈ, ਦੈਨ ਇੱਥੋਂ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਐਂਡ ਯੂ ਰੀਚਡ ਹੀਅਰ ਐਟ E ਪੁਆਇੰਟ। ਗॉट इट। ਹੁਣ ਜੇ ਤੁਹਾਡੀ ਓਵਰਆਲ ਡਿਸਪਲੇਸਮੈਂਟ ਆਪਾਂ ਦੇਖਣੀ ਹੋਵੇ ਤਾਂ ਆਪਾਂ ਕੀ ਕਵਾਂਗੇ ਕਿ ਚੱਲਣਾ ਸ਼ੁਰੂ ਕੀਤਾ ਤੁਸੀਂ ਇੱਥੋਂ, ਫਾਈਨਲੀ ਤੁਸੀਂ ਪਹੁੰਚ ਗਏ ਹੋ E ਪੁਆਇੰਟ 'ਤੇ। ਦੈਟ ਮੀਨਸ ਤੁਹਾਡੀ ਡਿਸਪਲੇਸਮੈਂਟ ਜਿਹੜੀ ਹੈਗੀ ਹੈ ਉਹ ਇਸ ਪਰਟੀਕੂਲਰ ਡਾਇਰੈਕਸ਼ਨ 'ਚ ਹੈ, ਬਿਕੋਜ਼ ਡਿਸਪਲੇਸਮੈਂਟ ਆਪਾਂ ਨੂੰ ਪਤਾ ਸ਼ਾਰਟੈਸਟ ਡਿਸਟੈਂਸ ਹੁੰਦਾ, ਇਨੀਸ਼ੀਅਲ ਤੇ ਫਾਈਨਲ ਪੁਆਇੰਟ ਨੂੰ ਆਪਾਂ ਜੁਆਇਨ ਕਰ ਦਿੰਦੇ ਹਾਂ, ਦੈਟ ਇਜ਼ ਯੋਰ ਡਿਸਪਲੇਸਮੈਂਟ, ਰਾਈਟ। ਦੈਟ ਮੀਨਸ ਦਿਸ OE ਵੈਕਟਰ, ਇਹਨੂੰ ਆਪਾਂ ਇੱਦਾਂ ਲਿਖ ਸਕਦੇ ਹਾਂ ਨਾ, ਰਾਈਟ। OE ਵੈਕਟਰ ਮਤਲਬ ਆ ਜਿਹੜੀ ਇੰਨੀ ਲੈਂਥ ਹੈ। OE ਕਿਉਂ ਲਿਖਿਆ ਹੋਇਆ, EO ਕਿਉਂ ਨਹੀਂ ਲਿਖਿਆ, ਬਿਕੋਜ਼ ਸਟਾਰਟਿੰਗ ਪੁਆਇੰਟ ਪਹਿਲਾਂ ਆਪਾਂ ਆਲਵੇਜ਼ ਮੈਂਸ਼ਨ ਕਰਦੇ ਹਾਂ, ਫਾਈਨਲ ਪੁਆਇੰਟ ਆਪਾਂ ਬਾਅਦ ਚੋਂ ਮੈਂਸ਼ਨ ਕਰਦੇ ਹਾਂ। ਠੀਕ ਹੈ, ਸੋ OE ਵੈਕਟਰ ਜਿਹੜੀ ਹੈਗੀ ਹੈ ਦੈਟ ਇਜ਼ ਯੋਰ ਫਾਈਨਲ ਡਿਸਪਲੇਸਮੈਂਟ, ਹੈ ਨਾ। ਬਟ ਇੱਥੇ ਲਿਟਰਲੀ ਦੇਖ ਰਹੇ ਹੋ ਨਾ ਤੁਸੀਂ ਕੀ ਕੀਤਾ, ਆਪਾਂ ਮਲਟੀਪਲ ਵੈਕਟਰਸ ਨੂੰ ਐਡਅਪ ਕਰਕੇ ਓਵਰਆਲ ਰਿਜ਼ਲਟੈਂਟ ਇੱਥੇ ਲਿਖਿਆ ਡਿਸਪਲੇਸਮੈਂਟ ਦਾ, ਹੈ ਨਾ। ਬਿਕੋਜ਼ ਵੀ ਨੋ, ਮੈਂ ਇਹ ਲਿਖ ਸਕਦਾ OA ਵੈਕਟਰ, ਰਾਈਟ। ਲੈਟਸ ਨੀਚੇ ਲਿਖते हैं ਆਪਾਂ OA ਵੈਕਟਰ प्लस AB ਵੈਕਟਰ। AB ਵੈਕਟਰ ਕਿਹੜਾ ਹੋ ਗਿਆ ਆ, ਦੈਨ ਪਲੱਸ BC ਵੈਕਟਰ ਜਿਹੜੀ ਆਹ ਡਿਸਪਲੇਸਮੈਂਟ ਸੀਗੀ, ਦੈਨ ਪਲੱਸ CD ਵੈਕਟਰ ਐਂਡ ਪਲੱਸ DE ਵੈਕਟਰ। ਇਹਨਾਂ ਸਾਰੀਆਂ ਹੀ ਡਿਸਪਲੇਸਮੈਂਟਸ ਨੂੰ ਐਡਅਪ ਜੇ ਆਪਾਂ ਕੀਤਾ ਤਾਂ ਓਵਰਆਲ ਜਿਹੜਾ ਆਪਣਾ ਰਿਜ਼ਲਟੈਂਟ ਆ ਰਿਹਾ ਉਹ ਆਹ ਵਾਲਾ ਵੈਕਟਰ ਹੈ, ਦੈਟ ਮੀਨਸ OE ਵੈਕਟਰ, ਰਾਈਟ। ਸੋ ਦਿਸ ਇਜ਼ ਐਗਜ਼ੈਕਟਲੀ ਵਟ ਵੀ ਕਾਲ ਪੋਲੀਗਨ ਲਾਅ। ਵੈਰੀ ਈਜ਼ੀ, ਕੁਛ ਵੀ ਨਹੀਂ ਹੈਗਾ ਲਿਟਰਲੀ ਇਹ 'ਚ ਦੇਖਿਆ ਨਾ। ਪੋਲੀਗਨ ਦਾ ਮਤਲਬ ਇਹੀ ਹੈ। ਪੋਲੀਗਨ ਲਾਅ ਇਹਨੂੰ ਕਹਿ ਕਿਉਂ ਰਹੇ ਹਾਂ, ਬਿਕੋਜ਼ ਇੱਥੇ ਆਹ ਜਿਹੜੀ ਸ਼ੇਪ ਬਣੀ ਹੈ ਇਹ ਨਾ ਤਾਂ ਟ੍ਰਾਇੰਗਲ ਹੈ ਨਾ ਕੋਈ ਇਹ ਪੈਰਲੈਲੋਗ੍ਰਾਮ ਹੈ, ਰਾਈਟ। ਇਟ ਇਜ਼ ਅ ਪੋਲੀਗਨ। ਪੋਲੀ ਮੀਨਸ ਮੈਨੀ, ਹੈ ਨਾ। ਪੋਲੀਗਨ ਦਾ ਮਤਲਬ ਕੀ ਹੁੰਦਾ, ਬਹੁਤ ਸਾਰੀਆਂ ਸਾਈਡਸ ਨੇ। ਫੋਰ ਐਗਜ਼ਾਮਪਲ ਜੇ ਇਹਦੀ ਇਸ ਪਰਟੀਕੂਲਰ ਸ਼ੇਪ ਦੀ ਆਪਾਂ ਗੱਲ ਕਰੀਏ, 5 ਤਾਂ ਵੈਕਟਰਸ ਹੀ ਨੇ, ਹੈ ਨਾ। OA AB BC CD ਐਂਡ DE ਐਂਡ ਇੱਕ ਇਹਦਾ ਹੈਗਾ ਰਿਜ਼ਲਟੈਂਟ, ਦੈਟ ਮੀਨਸ ਇਟ ਇਜ਼ ਲਾਈਕ ਅ ਹੈਗਜ਼ਾਗਨ। ਇੱਕ ਹੈਗਜ਼ਾਗਨ ਆਪਾਂ ਕੋਲ ਫਾਰਮ ਹੋਇਆ ਇੱਥੇ, ਦੈਟਸ ਵਾਈ ਆਪਾਂ ਇਹਨੂੰ ਪੋਲੀਗਨ ਲਾਅ ਕਹਿੰਦੇ ਹਾਂ। ਠੀਕ ਹੈ, ਸੋ ਮਲਟੀਪਲ ਜਦੋਂ ਆਪਾਂ ਕੋਲ ਵੈਕਟਰਸ ਹੁੰਦੇ ਨੇ ਤਾਂ ਵੀ ਆਪਾਂ ਉਹਨਾਂ ਨੂੰ ਐਡਅਪ ਕਰਕੇ ਇਸ ਪਰਟੀਕੂਲਰ ਤਰੀਕੇ ਨਾਲ ਓਵਰਆਲ ਰਿਜ਼ਲਟੈਂਟ ਫਾਈਂਡ ਕਰ ਸਕਦੇ ਹਾਂ। ਠੀਕ ਹੈ, ਦਿਸ ਇਜ਼ ਦ ਪੋਲੀਗਨ ਲਾਅ। ਜੇ ਮੈਂ ਫਿਜ਼ਿਕਸ ਦੀਆਂ ਪ੍ਰੋਬਲਮਸ 'ਚ ਗੱਲ ਕਰਾਂ, ਹੋ ਸਕਦਾ ਬਹੁਤ ਤੁਹਾਨੂੰ ਇਹਦੇ ਨਾਲ ਡੀਲ ਨਾ ਕਰਨਾ ਪਵੇ। ਮੋਸਟਲੀ ਟ੍ਰਾਇੰਗਲ ਲਾਅ ਆਫ ਵੈਕਟਰ ਐਡੀਸ਼ਨ ਐਂਡ ਪੈਰਲੈਲੋਗ੍ਰਾਮ ਲਾਅ ਆਫ ਵੈਕਟਰ ਐਡੀਸ਼ਨ ਦੇ ਨਾਲ ਹੀ ਆਪਣਾ ਕੰਮ ਚੱਲ ਜਾਂਦਾ, ਬਟ ਯੂ ਹੈਵ ਟੂ ਨੋ ਕਿ ਹਾਂਜੀ 2 ਤੋਂ ਜ਼ਿਆਦਾ ਵੈਕਟਰਸ ਨੂੰ ਵੀ ਆਪਾਂ ਐਡਅਪ ਕਰਕੇ ਰਿਜ਼ਲਟੈਂਟ ਇਸ ਤਰੀਕੇ ਨਾਲ ਫਾਈਂਡ ਕਰ ਸਕਦੇ ਹੁੰਦੇ ਆ ਉਹਦਾ। ਠੀਕ ਹੈ, ਨੈਕਸਟ ਜਿਹੜਾ ਆਪਣਾ ਟੌਪਿਕ ਹੈ ਦੈਟ ਇਜ਼ ਰੈਜ਼ੋਲੂਸ਼ਨ ਆਫ ਅ ਵੈਕਟਰ ਇਨਟੂ ਕੰਪੋਨੈਂਟ ਫਾਰਮ। ਰੈਜ਼ੋਲੂਸ਼ਨ ਦਾ ਮਤਲਬ ਹੁੰਦਾ ਬ੍ਰੇਕ ਡਾਊਨ ਕਰਨਾ, ਰਾਈਟ।
ਕੰਪੋਨੈਂਟ ਦਾ ਮਤਲਬ ਹੁੰਦਾ ਹਿੱਸੇ। ਦੈਟ ਮੀਨਸ ਇੱਕ ਵੈਕਟਰ ਨੂੰ ਉਹਦੇ ਕੰਪੋਨੈਂਟਸ ਦੇ ਵਿੱਚ ਜਾਂ ਫਿਰ ਉਹਦੇ ਹਿੱਸਿਆਂ ਦੇ ਵਿੱਚ ਤੋੜਨਾ, ਰਾਈਟ। ਦੈਟ ਇਜ਼ ਦ ਮੀਨਿੰਗ ਆਫ ਰੈਜ਼ੋਲੂਸ਼ਨ ਆਫ ਅ ਵੈਕਟਰ ਇਨਟੂ ਇਟਸ ਕੰਪੋਨੈਂਟ ਫਾਰਮ। ਸਭ ਤੋਂ ਪਹਿਲਾਂ ਆਪਾਂ ਕੰਪੋਨੈਂਟਸ ਦਾ ਮਤਲਬ ਦੇਖਦੇ ਹਾਂ ਕਿ ਵਟ ਇਜ਼ ਦ ਮੀਨਿੰਗ ਆਫ ਕੰਪੋਨੈਂਟਸ, ਰਾਈਟ। ਫਿਰ ਆਪਾਂ ਗੱਲ ਕਰਾਂਗੇ ਕਿ ਆਪਾਂ ਨੂੰ ਕਿਉਂ ਲੋੜ ਪੈਂਦੀ ਹੈ ਇੱਕ ਵੈਕਟਰ ਨੂੰ ਕਈ ਵਾਰੀ ਇੱਦਾਂ ਕੰਪੋਨੈਂਟ ਫਾਰਮ 'ਚ ਬ੍ਰੇਕ ਡਾਊਨ ਕਰਨ ਦੀ, ਐਂਡ ਦੈਨ ਮੈਥਮੈਟੀਕਲ ਪਾਰਟ ਦੇਖਾਂਗੇ ਕਿ ਕਿੱਦਾਂ ਆਪਾਂ ਐਗਜ਼ੈਕਟਲੀ ਰਿਜ਼ੋਲਵ ਕਰ ਸਕਦੇ ਹਾਂ ਇੱਕ ਵੈਕਟਰ ਨੂੰ ਦੋ ਕੰਪੋਨੈਂਟਸ ਦੇ ਵਿੱਚ, ਠੀਕ ਹੈ। ਐਂਡ ਉਹ ਤੋਂ ਬਾਅਦ ਆਪਾਂ ਨਿਊਮੈਰੀਕਲਸ ਵੀ ਟਰਾਈ ਕਰਕੇ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਸਟਾਰਟਿੰਗ ਵਿਦ ਦ ਕੰਪੋਨੈਂਟ। ਕੰਪੋਨੈਂਟ ਦਾ ਮਤਲਬ ਕੀ ਹੈ? ਦੇਖੋ ਲੈਟਸ ਸਪੋਜ਼ ਮੇਰੇ ਕੋਲ ਕੋਈ ਵੀ ਪਰਟੀਕੂਲਰ ਬਾਕਸ ਹੈ, ਕਾਫੀ ਹਲਕਾ ਜਿਹਾ ਬਾਕਸ ਹੈ, ਰਾਈਟ। ਸੋ ਇਹਨੂੰ ਖੁਦ ਵੀ ਤੁਸੀਂ ਟਰਾਈ ਕਰਕੇ ਦੇਖ ਸਕਦੇ ਹੋ। ਕੋਈ ਵੀ ਬਾਕਸ ਲਓ ਐਂਡ ਕਿਸੇ ਵੀ ਉਹਨੂੰ ਪਲੇਨ ਸਰਫੇਸ 'ਤੇ ਤੁਸੀਂ ਰੱਖ ਲਓ, ਰਾਈਟ। ਇਟ ਕੁਡ ਬੀ ਬੈਡ, ਇਟ ਕੁਡ ਬੀ ਟੇਬਲ, ਫਲੋਰ, ਜਿੱਥੇ ਮਰਜ਼ੀ ਤੁਸੀਂ ਇਹਨੂੰ ਰੱਖ ਲਓ, ਡਜ਼ ਨਾਟ ਮੈਟਰ, ਠੀਕ ਹੈ। ਹੁਣ ਦੇਖੋ ਮੰਨ ਲਓ ਮੈਂ ਇਹਦੇ ਉੱਤੇ ਇੱਕ ਫੋਰਸ ਅਪਲਾਈ ਕਰਨ ਲੱਗਾ, ਰਾਈਟ। ਕਾਫੀ ਹਲਕਾ ਜਿਹਾ ਇਹ ਬਾਕਸ ਹੈ, ਕੀ ਇਹ ਮੂਵ ਕਰੇਗਾ? ਦ ਆਂਸਰ ਡਿਪੈਂਡਸ ਔਨ ਅ ਲੋਟ ਆਫ ਥਿੰਗਸ। ਪਹਿਲਾਂ ਤਾਂ ਇਹ ਡਿਪੈਂਡ ਕਰਦਾ ਕਿ ਮੈਂ ਜਿਹੜੀ ਫੋਰਸ ਲਗਾ ਰਿਹਾ ਹਾਂ ਕਿੰਨੀ ਫੋਰਸ ਲਗਾ ਰਿਹਾ, ਰਾਈਟ। ਮੰਨ ਲਓ ਮੈਂ ਫੋਰਸ ਹੀ ਬਹੁਤ ਹਲਕੀ ਜਿਹੀ ਲਗਾਵਾਂ, ਫਿਰ ਤਾਂ ਨਹੀਂ ਮੂਵ ਕਰਨ ਲੱਗਾ, ਰਾਈਟ। ਫਿਰ ਤਾਂ ਇੱਥੇ ਹੀ ਖੜਾ ਹੈ, ਚਾਹੇ ਹਲਕਾ ਜਿਹਾ ਬਾਕਸ ਹੈ। ਸੈਕਿੰਡਲੀ ਇਹ ਵੀ ਡਿਪੈਂਡ ਕਰਦਾ ਹੈ ਕਿ ਮੇਰੀ ਫੋਰਸ ਦੀ ਡਾਇਰੈਕਸ਼ਨ ਕਿਹੜੀ ਹੈ, ਰਾਈਟ। ਮੰਨ ਲਓ ਮੈਂ ਬਹੁਤ ਜ਼ਿਆਦਾ ਫੋਰਸ ਲਗਾ ਰਿਹਾ ਬਟ ਲਗਾ ਮੈਂ ਇਸ ਡਾਇਰੈਕਸ਼ਨ 'ਚ ਰਿਹਾ, ਫਿਰ ਇਹ ਬਾਡੀ ਮੂਵ ਕਰੇਗੀ? ਬਿਲਕੁਲ ਨਹੀਂ। ਆਰ ਯੂ ਗੈਟਿੰਗ ਦਿਸ, ਰਾਈਟ। ਦੈਟ ਮੀਨਸ ਬਿਕੋਜ਼ ਦੇਖੋ ਫੋਰਸ ਇੱਕ ਵੈਕਟਰ ਕੁਆਂਟਿਟੀ ਹੈ ਨਾ, ਦੈਟਸ ਵਾਈ ਉਹਦਾ ਮੈਗਨੀਟਿਊਡ ਵੀ ਡਿਪੈਂਡ ਕਰਦਾ ਐਂਡ ਉਹਦੀ ਡਾਇਰੈਕਸ਼ਨ ਵੀ ਡਿਪੈਂਡ ਕਰਦੀ ਹੈ। ਮੈਂ ਕਿੰਨੀ ਫੋਰਸ ਲਗਾ ਰਿਹਾ ਐਂਡ ਕਿਹੜੀ ਡਾਇਰੈਕਸ਼ਨ 'ਚ ਲਗਾ ਰਿਹਾ, ਦੋਨੋਂ ਚੀਜ਼ਾਂ ਇੰਪੋਰਟੈਂਟ ਨੇ। ਇਕੱਲੇ ਮੈਗਨੀਟਿਊਡ ਦਾ ਕੋਈ ਫਾਇਦਾ ਨਹੀਂ ਹੈਗਾ, ਇਸ ਵਾਰੀ ਤੁਸੀਂ ਦੇਖ ਰਹੇ ਹੋ ਡਾਇਰੈਕਸ਼ਨ ਹੀ ਗਲਤ ਹੈ। ਸਿਮਿਲਰਲੀ ਇਕੱਲੀ ਡਾਇਰੈਕਸ਼ਨ ਦਾ ਕੋਈ ਫਾਇਦਾ ਨਹੀਂ ਹੋਗਾ, ਹੁਣ ਮੈਗਨੀਟਿਊਡ ਹੀ ਬਹੁਤ ਘੱਟ ਹੈ, ਠੀਕ ਹੈ। ਸੋ ਐਕਚੁਅਲ ਦੇ ਵਿੱਚ ਇਹਨੂੰ ਮੋਸ਼ਨ ਦੇ ਵਿੱਚ ਲਿਆਉਣ ਦੇ ਲਈ ਮੈਨੂੰ ਸਹੀ ਡਾਇਰੈਕਸ਼ਨ ਦੇ ਵਿੱਚ ਸਹੀ ਮੈਗਨੀਟਿਊਡ ਦੀ ਫੋਰਸ ਇਹਦੇ 'ਤੇ ਲਗਾਉਣੀ ਪਊਗੀ, ਦੈਨ ਇਹ ਜਿਹੜਾ ਬਾਕਸ ਹੈਗਾ ਇਹ ਮੋਸ਼ਨ ਦੇ ਵਿੱਚ ਆਊਗਾ। ਇਹ ਚੀਜ਼ ਤਾਂ ਕਲੀਅਰ ਹੈ ਨਾ। ਹੁਣ ਦੇਖੋ ਇਹਨੂੰ ਜਿਵੇਂ ਲੈਟਸ ਸੇ ਮੈਂ ਫੋਰਸ ਅਪਲਾਈ ਕਰਨ ਦੀ ਗੱਲ ਕਰ ਰਿਹਾ ਸੀਗਾ, ਤਾਂ ਇਹ ਤਾਂ ਤੁਸੀਂ ਕਲੀਅਰਲੀ ਦੇਖਿਆ ਕਿ ਜੇ ਮੈਂ ਇਸ ਪਰਟੀਕੂਲਰ ਤਰੀਕੇ ਨਾਲ ਵਰਟੀਕਲੀ ਇਹਦੇ ਉੱਤੇ ਫੋਰਸ ਲਗਾ ਰਿਹਾ ਤਾਂ ਇਹ ਮੋਸ਼ਨ 'ਚ ਨਹੀਂ ਆਉਣ ਲੱਗਾ, ਮੈਂ ਜਿੰਨੀ ਮਰਜ਼ੀ ਇਹ 'ਤੇ ਫੋਰਸ ਲਗਾਦਾ, ਰਾਈਟ। ਸਭ ਤੋਂ ਬੈਸਟ ਤੁਸੀਂ ਦੇਖਿਆ ਕਿ ਜਦੋਂ ਮੈਂ ਇਹਦੇ ਇਸ ਤਰੀਕੇ ਨਾਲ ਫੋਰਸ ਲਗਾ ਰਿਹਾ, ਮਤਲਬ ਲੈਟਸ ਸੇ ਪੈਰਲਲ ਟੂ ਦ ਪਲੇਨ, ਫਿਰ ਇਹ ਸਭ ਤੋਂ ਈਜ਼ੀ ਤਰੀਕੇ ਨਾਲ ਮੋਸ਼ਨ ਦੇ ਵਿੱਚ ਆ ਰਿਹਾ। ਸੋ ਇਹ ਤਾਂ ਆਪਾਂ ਦੋ ਤਰੀਕੇ ਡਿਸਕਸ ਕਰ ਲਏ ਕਿ ਇੱਦਾਂ ਮੋਸ਼ਨ ਦੇ ਵਿੱਚ ਨਹੀਂ ਆਊਗਾ, ਇੱਦਾਂ ਈਜ਼ੀਲੀ ਮੋਸ਼ਨ ਦੇ ਵਿੱਚ ਆ ਜਾਊਗਾ ਜੇ ਮੈਂ ਪੈਰਲਲ ਟੂ ਦਾ ਫਲੋਰ ਇਹਦੇ ਉੱਤੇ ਫੋਰਸ ਲਗਾ ਰਿਹਾ, ਲਾਈਕ ਦੈਟ। ਬਟ ਵਟ ਅਬਾਊਟ ਜੇ ਮੈਂ ਇਹਨਾਂ ਦੋਨਾਂ ਦਾ ਹੀ ਕੋਈ ਸੈਂਟਰ ਵਾਲਾ ਤਰੀਕਾ ਕੱਢਾਂ, ਲੈਟਸ ਸਪੋਜ਼ ਇਸ ਪਰਟੀਕੂਲਰ ਐਂਗਲ ਦੇ ਉੱਤੇ ਫੋਰਸ ਲਗਾਵਾਂ, ਰਾਈਟ। ਹੁਣ ਮੰਨ ਲਓ ਜਿਹੜੀ ਮੈਂ ਫੋਰਸ ਅਪਲਾਈ ਕਰ ਰਿਹਾ ਇਸ ਬਾਕਸ ਦੇ ਉੱਤੇ, ਦੈਟ ਮੇਕਸ ਐਨ ਐਂਗਲ 45 ਵਿਦ ਰਿਸਪੈਕਟ ਟੂ ਦਾ ਗਰਾਊਂਡ, ਮੰਨ ਲਓ, ਠੀਕ ਹੈ। ਮਤਲਬ ਇੱਕਦਮ ਮੈਂ ਪੈਰਲਲ ਨਹੀਂ ਹੈਗਾ ਗਰਾਊਂਡ ਦੇ, ਨਾ ਤਾਂ ਮੈਂ ਇੱਕਦਮ ਵਰਟੀਕਲ ਹਾਂ, ਮੈਂ ਕੁਛ ਇਸ ਤਰੀਕੇ ਨਾਲ ਇੱਥੇ ਫੋਰਸ ਅਪਲਾਈ ਕਰ ਰਿਹਾ। ਹੁਣ ਕੀ ਹੋਊਗਾ ਕਿ ਬਾਡੀ ਮੂਵ ਕਰੂਗੀ? ਲੈਟਸ ਸੀ ਟਰਾਈ ਕਰਕੇ ਦੇਖਦੇ ਹਾਂ। ਹੁਣ ਮੈਂ ਇਹਦੇ ਉੱਤੇ ਫੋਰਸ ਅਪਲਾਈ ਕਰ ਰਿਹਾ ਐਂਡ ਯੂ ਕੈਨ ਕਲੀਅਰਲੀ ਸੀ ਬਾਡੀ ਸਟਿਲ ਮੂਵਿੰਗ। ਦੈਟ ਮੀਨਸ ਜ਼ਰੂਰੀ ਨਹੀਂ ਹੈ ਕਿ ਜੇ ਬਾਡੀ ਨੂੰ ਕਿਸੇ ਵੀ ਬਾਡੀ 'ਤੇ ਫੋਰਸ ਲਗਾ ਕੇ ਆਪਾਂ ਮੂਵ ਕਰਨਾ ਹੈ, ਦੈਨ ਆਪਾਂ ਨੂੰ ਜਿਹੜੀ ਫੋਰਸ ਲਗਾਉਣੀ ਪਊਗੀ ਇੱਦਾਂ ਪੈਰਲਲ ਟੂ ਫਲੋਰ ਹੀ ਲਗਾਉਣੀ ਪਊਗੀ, ਹੈ ਨਾ। ਬਟ ਹਾਂ ਤੁਸੀਂ ਖੁਦ ਟਰਾਈ ਕਰਕੇ ਦੇਖ ਸਕਦੇ ਹੋ ਕਿ ਜ਼ਿਆਦਾ ਈਜ਼ੀ ਇਹਨੂੰ ਮੂਵ ਕਰਨਾ ਕਿਸ ਕੇਸ 'ਚ ਹੋ ਰਿਹਾ, ਜੇ ਮੈਂ ਇਸ ਪਰਟੀਕੂਲਰ ਤਰੀਕੇ ਨਾਲ ਮੂਵ ਇਹਨੂੰ ਕਰ ਰਿਹਾ ਦੈਨ, ਕਿ ਜੇ ਮੈਂ ਇਸ ਤਰੀਕੇ ਨਾਲ ਲੈਟਸ ਸਪੋਜ਼ ਇਹ 'ਤੇ ਫੋਰਸ ਲਗਾ ਰਿਹਾ ਦੈਨ ਯੂ ਕੈਨ ਕਲੀਅਰਲੀ ਸੀ ਕਿ ਇਸ ਪਰਟੀਕੂਲਰ ਤਰੀਕੇ ਨਾਲ ਜਿਵੇਂ ਪੈਰਲਲ ਟੂ ਫਲੋਰ ਇਹਦੇ 'ਤੇ ਫੋਰਸ ਲਗਾ ਰਿਹਾ ਬਹੁਤ ਈਜ਼ੀ ਹੈ ਇਹਨੂੰ ਮੂਵ ਕਰਨਾ, ਰਾਈਟ। ਬਟ ਜੇ ਮੈਂ ਕੁਛ ਇਸ ਤਰੀਕੇ ਨਾਲ ਇਹ 'ਤੇ ਫੋਰਸ ਲਗਾ ਰਿਹਾ ਮੈਨੂੰ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਪੈ ਰਿਹਾ ਇਹਨੂੰ ਮੂਵ ਕਰਨ ਦੇ ਲਈ। ਕੀ ਰੀਜ਼ਨ ਹੈ? ਬਿਕੋਜ਼ ਦੇਖੋ ਜਦੋਂ ਮੈਂ ਇਸ ਪਰਟੀਕੂਲਰ ਤਰੀਕੇ ਨਾਲ ਫੋਰਸ ਲਗਾ ਰਿਹਾ ਨਾ ਤਾਂ ਮੈਂ ਦੋ ਚੀਜ਼ਾਂ ਕਰ ਰਿਹਾ ਇੱਕ ਤਰੀਕੇ ਨਾਲ, ਰਾਈਟ। ਮੈਂ ਅੱਗੇ ਨੂੰ ਤੈਨੂੰ ਪੁਸ਼ ਕਰ ਹੀ ਰਿਹਾ ਬਟ ਇੱਕ ਤਰੀਕੇ ਨਾਲ ਦੇਖ ਰਹੇ ਹੋ ਮੈਂ ਡਾਊਨਵਰਡਸ ਵੀ ਇਹਨੂੰ ਪੁਸ਼ ਕਰ ਰਿਹਾ। ਆਰ ਯੂ ਗੈਟਿੰਗ ਦਿਸ, ਰਾਈਟ। ਦੈਟ ਮੀਨਸ ਜੇ ਮੈਂ ਇਸ ਪਰਟੀਕੂਲਰ ਤਰੀਕੇ ਨਾਲ ਇਹ 'ਤੇ ਫੋਰਸ ਲਗਾਈ ਹੈ ਨਾ ਤਾਂ ਇੱਕ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਕੁਛ ਮੈਂ ਵਰਟੀਕਲੀ ਵੀ ਫੋਰਸ ਲਗਾ ਰਿਹਾ ਐਂਡ ਕੁਛ ਹੌਰੀਜ਼ੋਂਟਲੀ ਵੀ ਲਗਾ ਰਿਹਾ। ਵਰਟੀਕਲੀ ਮੈਂ ਕਿਉਂ ਕਹਿ ਰਿਹਾ? ਬਿਕੋਜ਼ ਜੇ ਵਰਟੀਕਲੀ ਫੋਰਸ ਮੈਂ ਨਹੀਂ ਲਗਾ ਰਿਹਾ ਹੁੰਦਾ ਇਸ ਵਾਰੀ ਤਾਂ ਇਹ ਬਾਡੀ ਦੱਬ ਨਾ ਰਹੀ ਹੁੰਦੀ ਨੀਚੇ ਨੂੰ, ਹੈ ਨਾ। ਤੁਹਾਨੂੰ ਈਜ਼ੀਲੀ ਫੀਲ ਹੋ ਰਿਹਾ ਕਿ ਹਾਂ ਬਾਡੀ ਕਾਫੀ ਨੀਚੇ ਵੱਲ ਨੂੰ ਪ੍ਰੈਸ ਹੋ ਰਹੀ ਹੈ ਜਦੋਂ ਤੁਸੀਂ ਇੱਦਾਂ ਫੋਰਸ ਲਗਾ ਰਹੇ ਹੋ। ਐਂਡ ਸੈਕਿੰਡਲੀ ਹੌਰੀਜ਼ੋਂਟਲੀ ਵੀ ਕੁਛ ਨਾ ਕੁਛ ਫੋਰਸ ਲੱਗ ਰਹੀ ਹੈ, ਤਾਂ ਹੀ ਇਸ ਬਾਡੀ ਦੇ ਵਿੱਚ ਦੇਖੋ ਮੋਸ਼ਨ ਉਸ ਪਰਟੀਕੂਲਰ ਡਾਇਰੈਕਸ਼ਨ 'ਚ ਆ ਰਿਹਾ, ਹੈ ਨਾ। ਦੈਟ ਮੀਨਸ ਕਦੇ ਵੀ ਜੇ ਤੁਹਾਨੂੰ ਇੱਦਾਂ ਦਾ ਕੇਸ ਦਿਖਦਾ ਹੈ ਕਿ ਲੈਟਸ ਸਪੋਜ਼ ਆਹ ਕੋਈ ਫਲੋਰ ਹੈ ਉਹਦੇ ਉੱਤੇ ਆਹ ਬਾਡੀ ਰੱਖੀ ਹੋਈ ਹੈ, ਇਹ 'ਤੇ ਇੱਕ ਫੋਰਸ ਲੱਗ ਰਹੀ ਹੈ ਜਿਹੜੀ ਕੋਈ ਵੀ 30, 45, 60 ਕੁਛ ਇੱਦਾਂ ਦਾ ਐਂਗਲ ਮੰਨ ਲਓ ਫੋਰਮ ਕਰ ਰਹੀ ਹੈ ਵਿਦ ਰਿਸਪੈਕਟ ਟੂ ਦਾ ਗਰਾਊਂਡ, ਦੈਨ ਜਿਹੜੀ ਆ ਫੋਰਸ ਹੈਗੀ ਹੈ ਇਹਨੂੰ ਤੁਸੀਂ ਸਿਰਫ ਇੱਦਾਂ ਨਹੀਂ ਮੰਨ ਸਕਦੇ ਕਿ ਬਸ ਫੋਰਸ ਲੱਗ ਰਹੀ ਹੈ ਬਸ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ। ਆਹ ਜਿਹੜੀ ਫੋਰਸ ਹੈਗੀ ਹੈ ਇਹਨੂੰ ਤੁਸੀਂ ਦੋ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਤੋੜ ਕੇ ਅੰਡਰਸਟੈਂਡ ਕਰ ਸਕਦੇ ਹੋ ਜਾਂ ਫਿਰ ਐਨਾਲਾਈਜ਼ ਕਰ ਸਕਦੇ ਹੋ ਪ੍ਰੋਬਲਮ ਨੂੰ, ਠੀਕ ਹੈ। ਆਲਵੇਜ਼ ਇਨ ਡਿਫੀਕਲਟ ਜਾਂ ਕੰਪਲੈਕਸ ਪ੍ਰੋਬਲਮਸ ਆਪਾਂ ਨੂੰ ਇੱਦਾਂ ਕਰਨਾ ਪੈਂਦਾ ਹੈ। ਦੇਖੋ ਬਾਏ ਦ ਵੇ ਜਦੋਂ ਜਿੱਦਾਂ ਇੱਕਦਮ ਵਰਟੀਕਲ ਡਾਇਰੈਕਸ਼ਨ ਹੈ ਫੋਰਸ ਦੀ ਫਿਰ ਕੰਪੋਨੈਂਟ ਫਾਰਮ 'ਚ ਸੋਚਣ ਦੀ ਲੋੜ ਨਹੀਂ ਬਿਕੋਜ਼ ਫਿਰ ਤਾਂ ਵਰਟੀਕਲ ਹੀ ਹੈ ਡਾਇਰੈਕਸ਼ਨ। ਜੇ ਹੌਰੀਜ਼ੋਂਟਲੀ ਫੋਰਸ ਲੱਗ ਰਹੀ ਹੈ ਫਿਰ ਕੰਪੋਨੈਂਟ ਫਾਰਮ 'ਚ ਸੋਚਣ ਦੀ ਕੋਈ ਲੋੜ ਨਹੀਂ ਹੈਗੀ, ਫਿਰ ਤਾਂ ਜਿੰਨੀ ਫੋਰਸ ਲੱਗ ਰਹੀ ਹੈ ਸਾਰੀ ਹੌਰੀਜ਼ੋਂਟਲ ਹੀ ਹੈ। ਬਟ ਜਦੋਂ ਫੋਰਸ ਇਨ ਬਿਟਵੀਨ ਹੋਊਗੀ ਨਾ ਉਦੋਂ ਆਪਾਂ ਨੂੰ ਕੰਪੋਨੈਂਟਸ ਫਾਰਮ 'ਚ ਤੋੜ ਕੇ ਇਹਨੂੰ ਦੇਖਣਾ ਪਊਗਾ ਕਿ ਇਹ ਜਿਹੜੀ ਫੋਰਸ ਲੱਗ ਰਹੀ ਹੈ ਇਹ ਐਕਚੁਅਲ 'ਚ ਵਰਟੀਕਲੀ ਕਿੰਨੀ ਲੱਗ ਰਹੀ ਹੈ ਐਂਡ ਹੌਰੀਜ਼ੋਂਟਲੀ ਕਿੰਨੀ ਲੱਗ ਰਹੀ ਹੈ, ਠੀਕ ਹੈ। ਇਹ ਮਤਲਬ ਹੁੰਦਾ ਕੰਪੋਨੈਂਟ ਦਾ, ਉਹਦੇ ਹਿੱਸਿਆਂ ਦਾ। ਆਰ ਯੂ ਗੈਟਿੰਗ ਦਿਸ, ਠੀਕ ਹੈ।
एक वारी ब्रीफ च दोबारा तो मैं रिपीट कर देना, आ जी मैं फोर्स लगा रहा मतलब वर्टिकल भी नहीं है एकदम हॉरिजोंटल भी नहीं है, इस पर्टिकुलर तरीके मैं इतने फोर्स लगा रहा। तुम क्लीयरली जो ट्राई करके देखोगे तो फील होगा कि काफ़ी ब्लॉक नू नीचे नू दब भी रहे हो तुसी एंड ब्लॉक अगे नू भी मूव हो रहा है। दैट मीनस कुछ फोर्स ताड़ी वर्टिकली भी हैगी है, कुछ फोर्स ताड़ी हॉरिजोंटली भी हैगी है। ठीक है, यही छोटे छोटे हिस्सों को आप कहने कंपोनेंट्स ਜਿਹੜੇ वर्टिकल ਤੇ हॉरिजोंटल ਦੀ ਆਪਾਂ ਗੱਲ ਕਰ ਰਹੇ ਹਾਂ। ठीक है, सो ਹੁਣ ਆਪਾਂ ਮੈਥਮੈਟਿਕਲੀ ਇਸ ਚੀਜ਼ ਨਾਲ ਡੀਲ ਕਰਕੇ ਦੇਖਦੇ ਹਾਂ ਕਿ ਕਿਸੇ ਵੀ ਇੱਕ ਵੈਕਟਰ ਨੂੰ ਕੰਪੋਨੈਂਟ ਫਾਰਮ ਦੇ ਵਿੱਚ ਕਿੱਦਾਂ ਆਪਾਂ ਰਿਜ਼ੋਲਵ ਕਰ ਸਕਦੇ ਹਾਂ। ਲੈਟਸ ਸਪੋਜ਼ ਆਪਾਂ ਕੋਲ ਇੱਕ ਵੈਕਟਰ ਹੈ ਏ ਵੈਕਟਰ, ਜਿਹੜਾ ਡਾਇਰੈਕਟਲੀ ਨਾ ਤਾਂ ਐਕਸ ਐਕਸਿਸ ਦੇ ਵੱਲ ਪੁਆਇੰਟ ਕਰ ਰਿਹਾ ਹੈ ਨਾ ਹੀ ਵਾਈ ਐਕਸਿਸ ਦੇ ਵੱਲ ਪੁਆਇੰਟ ਕਰ ਰਿਹਾ ਹੈ, ਮਤਲਬ ਨਾ ਤਾਂ ਐਗਜ਼ੈਕਟਲੀ ਹੌਰੀਜ਼ੌਂਟਲ ਹੈ ਨਾ ਐਗਜ਼ੈਕਟਲੀ ਵਰਟੀਕਲ ਹੈ, ਵਿੱਚ ਵਿਚਾਲੇ ਹੈ, ਰਾਈਟ। ਇਟ ਇਜ਼ ਸਮਵੇਅਰ ਇਨ ਬਿਟਵੀਨ। ਦੈਟ ਮੀਨਸ ਇਹਨੂੰ ਕੰਪੋਨੈਂਟ ਫਾਰਮ ਦੇ ਵਿੱਚ ਬ੍ਰੇਕ ਡਾਊਨ ਕਰਨਾ ਪਊਗਾ ਇਹ ਦੇਖਣ ਲਈ ਕਿ ਐਕਸ ਐਕਸਿਸ ਦੇ ਵੱਲ ਇਹਦੀ ਕਿੰਨੀ ਕੰਟਰੀਬਿਊਸ਼ਨ ਹੈ ਐਂਡ ਵਾਈ ਐਕਸਿਸ ਦੇ ਵੱਲ ਇਹਦੀ ਕਿੰਨੀ ਕੰਟਰੀਬਿਊਸ਼ਨ ਹੈ। ठीक है, फॉर एग्जाम्पल लेट्स सपोज फोर्स लग रही है किसी भी मान लो ब्लॉक तो इतने कोई ब्लॉक हो सकता उत्ते इस पर्टिकुलर डायरैक्शन के फोर्स लग रही है, राइट। तो आप देखना कि ये जी आप फोर्स लगा रहे हैं आ वाली ये इस पर्टिकुलर डायरैक्शन च कितनी फोर्स लग रही है। ठीक है, वो पता करने के लिए ऑफकोर्स इन कंपोनेंट फॉर्म के ब्रेक डाउन करना पऊगा, है ना। मान लो आ देखना है कि आप जो ब्लॉक हैगा इस पर्टिकुलर डायरैक्शन च मूव करेगा भी कि नहीं करेगा, तो वो तो ही पता लगूगा ना जो आपको ये पता होगा कि इस पर्टिकुलर डायरैक्शन च फोर्स कितनी लग रही है। ठीक है, सो देखते हैं हम इस वैक्टर ਨੂੰ ਕਿੱਦਾਂ ਆਪਾਂ ਆ ਵਾਲੇ ਦੋ ਕੰਪੋਨੈਂਟਸ ਦੇ ਵਿੱਚ ਬ੍ਰੇਕ ਡਾਊਨ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ, ਆ ਜਿਹੜਾ ਹੈਡ ਹੈ ਦੇਖੋ ਵੈਕਟਰ ਦਾ, ਉਹ ਤੋਂ ਦੋ ਲਾਈਨਸ ਡਰਾ ਕਰਾਂਗੇ, ਇੱਕ ਲਾਈਨ ਪੈਰਲਲ ਟੂ ਦਾ ਐਕਸ ਐਕਸਿਸ ਐਂਡ ਦੂਜੀ ਲਾਈਨ ਪੈਰਲਲ ਟੂ ਦਾ ਵਾਈ ਐਕਸਿਸ। ਬਸ ਉਹ ਤੋਂ ਬਾਅਦ ਆ ਜਿਹੜੀਆਂ ਲੈਂਥ ਨੇ ਨਾ ਇਹੀ ਬੇਸਿਕਲੀ ਕੰਪੋਨੈਂਟਸ ਨੇ ਐਕਸ ਤੇ ਵਾਈ ਐਕਸਿਸ ਦੇ ਵਿੱਚ ਦੇ। ਠੀਕ ਹੈ, ਸੋ ਇੱਥੇ ਆਪਾਂ ਦੋ ਵੈਕਟਰਸ ਇੱਥੇ ਪ੍ਰੋਪਰਲੀ ਇੱਦਾਂ ਡਰਾ ਕਰਤੇ सच दैट आ जोड़ा वैक्टर है जोड़ा एक्स एक्सिस के वल पॉइंट कर रहा है इनू आप कहेंगे ए एक्स वैक्टर। दैट मीनस ए वैक्टर का वो वाला पार्ट जोड़ा एक्स एक्सिस के वल पॉइंट कर रहा है एंड सिमिलरली जोड़ा आ वाला वैक्टर है इनू आप की कहेंगे ए वाई वैक्टर। दैट मीनस ए वैक्टर का वो वाला पार्ट वो वाला हिस्सा जोड़ा वाई एक्सिस के वल पॉइंट कर रहा है। ठीक है, हुण इन्हां दोनों चीज़ों को आप यूज़ कर सकते हैं ये पता करने के लिए कि बेसिकली लेट्स सपोज कोई ब्लॉक है वो मूव करेगा या नहीं करेगा, बट वो लिए ऑफकोर्स ਇਹਦਾ मैगनीट्यूड पता होना चाहिए। वो किमें पता लगूगा, सो मान लैने इतने आप को आ एंगल थीटा है, इतने जरा गौर करो आ जो ए वाई है तो आ वाली जी लेंथ है ये भी तो सेम ही होगी, दिस इज़ ऑल्सो ए वाई वैक्टर, है ना। हुण दिस इज़ अ राइट एंगल ट्रायंगल, दैट मीनस ये ट्रिग्नोमैट्री आप यूज़ कर सकते हैं। सो आप दो चीज़ा करते हैं, एक तो साइन थीटा कैलकुलेट करके देखते हैं एंड एक कॉस थीटा कैलकुलेट करते हैं एंड लेट्स सी की रिजल्ट आप को आते हैं। साइन थीटा होंगे परपेंडिकुलर बाय हाइपोटेन्यूस, राइट। परपेंडिकुलर बाय हाइपोटेन्यूस कितना बनूगा ए वाई, सिर्फ मैगनीट्यूड की आप गल कर रहे हैं बेसिकली इतने। सो ए वाई डिवाइडेड बाय हाइपोटेन्यूस दैट इज़ ए, राइट। एंड कॉस थीटा कितना आ जाऊगा, कॉस थीटा इज इक्वल्स टू बेस आप को लेगा ए एक्स डिवाइडेड बाय हाइपोटेन्यूस दैट इज़ अगेन ए। हुण इन्हां नूं यूज़ करके देखो आप कोल की बन रहा है, एक तो मेरे को ए वाई की वैल्यू आ गई, लेट मी चेंज करो, राइट। एक तो आप कोल ए वाई की वैल्यू आप कोल आ गई है ए वाई इज इक्वल्स टू ए साइन थीटा, एक इक्वेशन आ गई। दूसरी इक्वेशन आप कोल की बन जूगी ए एक्स इज इक्वल्स टू ए कॉस थीटा। ठीक है, सो आह कंपोनेंट फॉर्म ने वेरी वेरी इंपॉर्टेंट आ दोनों इक्वेशनस नूं यूज़ करके आप की कर सकते हैं इन्हां दोनों का मैगनीट्यूड कितना है उन्होंने फाइंड कर सकते हैं। बस आपको पता की होना चाहिए क्लीयरली तुम देख सकते हो इन्होंने दोनों इक्वेशन से, एक तो बस आपको ए वैक्टर का मैगनीट्यूड पता हो वो इतने पुट हो जाऊगा एंड आपको एंगल पता होना चाहिए थीटा, वो अकॉर्डिंगली साइन थीटा कॉस थीटा कैलकुलेट कर लेंगे। बाजू तो बस मल्टीप्लीकेशन है इतने भी एंड सिमिलरली इतने भी, राइट। एक चीज़ में इतने होर विजुलाइज करना कि जोड़ा एक्स कंपोनेंट अपनाया, देखो एक्स कंपोनेंट जोड़ा किहड़ा सीगा जोड़ा उस वैक्टर के नाल थीटा एंगल बना रहा सीगा उहदे नाल इत्थे कॉस थीटा मल्टीप्लाई होया एंड जोड़ा दूसरा वर्टिकल कंपोनेंट सीगा जिहदे नाल इत्थे एंगल थीटा नहीं सीगा बेसिकली उत्थे साइन थीटा आ रहा है। आर यू गेटिंग दिस? सो ये चीज़ नूं ना डायरैक्टली माइंड 'च बिठा लो बिकॉज आप हर बारी जो कंपोनेंट फॉर्म 'च ब्रेक डाउन करना है ना वैक्टर्स नूं तो बार बार आप ये चीज़ नहीं करांगे कि राइट एंगल ट्रायंगल बना के साइन थीटा एंड कॉस थीटा कैलकुलेट करन बैठांगे बिकॉज इट विल टेक अ लॉट ऑफ टाइम, राइट। ये सिर्फ जो आप डिराइव करके शो करना है या एक्सप्लेन करना किसी नूं दैन तो ठीक है, राइट। डेरिवेशन करनी है दैन ठीक है, लेकिन जो किसी पर्टिकुलर न्यूमेरिकल दे विच वैक्टर फॉर्म नूं आपां सॉरी कंपोनेंट फॉर्म दे विच तोड़ना है किसी वैक्टर नूं दैन आपां की करांगे डायरैक्टली इस रिजल्ट्स नूं यूज़ करांगे। सो आ बस माइंड 'च तुहाडे होना चाहिए कि कोई भी जो वैक्टर हैगा ये वैक्टर उहदे नाल जिहड़ा वाला कंपोनेंट थीटा एंगल बना रहा होगा उहदे नाल की आऊगा ऑलवेज कॉस थीटा। यू कैन सी ए एक्स इज इक्वल्स टू ए कॉस थीटा। सिमिलरली मान लो मैं उल्टा कर देंदा थीटा इत्थे ना गिवन होके थीटा जे मैं इत्थे लिख देंदा, राइट। लेट्स सपोज दैन मैं की लिख सकदा जिहड़ा ए वाई वाला वैक्टर है ना उन्होंने मैं इदां लिख सकदा ए वैक्टर इंटू कॉस थीटा बिकॉज हुण इत्थे थीटा है तो उहदे वाला जिहड़ा कंपोनेंट है उहदे विच कॉस थीटा आऊगा
ਆਰ ਯੂ ਗੈਟਿੰਗ ਦਿਸ। ਸਿਮਿਲਰਲੀ ਜਿਹੜਾ ਦੂਸਰਾ ਹੈ ਇਹ ਵਾਈ ਐਕਸ ਵਾਲਾ ਕੰਪੋਨੈਂਟ ਇਹ ਐਕਸ, ਉਹਦੇ ਕੇਸ 'ਚ ਹੁਣ ਕੀ ਆਊਗਾ ਸਾਈਨ ਥੀਟਾ, ਬਿਕੋਜ਼ ਉੱਥੇ ਹੁਣ ਥੀਟਾ ਐਂਗਲ ਨਹੀਂ ਹੈਗਾ। ਠੀਕ ਹੈ, ਬਸ ਇਹ ਚੀਜ਼ ਨੂੰ ਜ਼ਰਾ ਮਾਈਂਡ 'ਚ ਬਿਠਾ ਲਿਓ, ਬਿਕੋਜ਼ ਬਹੁਤ ਇਸ ਸ਼ਾਰਟਕਟ ਦੀ ਆਪਾਂ ਨੂੰ ਯੂਜ਼ ਪੈਣ ਵਾਲੀ ਹੈ ਇਹ ਚੀਜ਼ਾਂ ਦੀ। ਠੀਕ ਹੈ, ਐਂਡ ਇਸ ਚੀਜ਼ ਨੂੰ ਮੈਂ ਬਾਰ-ਬਾਰ ਅਗਲੇ ਲੈਕਚਰ 'ਚ ਯੂਜ਼ ਕਰੂੰਗਾ, ਰਾਈਟ। ਇਸ ਲੈਕਚਰ ਨੂੰ ਹੁਣ ਜਿਨ੍ਹਾਂ ਨੇ ਨਹੀਂ ਦੇਖਿਆ ਹੋਊਗਾ ਅਗਲੇ ਲੈਕਚਰ 'ਚ ਫਿਰ ਉਹਨਾਂ ਨੂੰ ਕਨਫਿਊਜ਼ਨ ਹੋਣੀ ਹੈ ਕਿ ਕਿਸ ਤਰੀਕੇ ਨਾਲ ਮੈਂ ਇੱਦਾਂ ਕਹਿ ਰਿਹਾ ਕਿ ਅੱਛਾ ਜੇ ਇੱਥੇ ਐਂਗਲ ਥੀਟਾ ਹੈ ਤਾਂ ਇਹਦੀ ਵੈਲਿਊ ਇਹ ਕੋਸ ਥੀਟਾ ਆ ਗਈ, ਇਹਦੀ ਵੈਲਿਊ ਇਹ ਸਾਈਨ ਥੀਟਾ ਆ ਗਈ। ਠੀਕ ਹੈ, ਸੋ ਪਲੀਜ਼ ਕੰਟੀਨਿਊਟੀ ਬਣਾ ਕੇ ਰੱਖਿਓ ਅਗਲੇ ਜਿੰਨੇ ਵੀ ਆਪਣੇ ਲੈਕਚਰਸ ਨੇ। ਹੁਣ ਇਹਦੇ ਬੇਸਿਸ 'ਤੇ ਇੱਕ ਸਿੰਪਲ ਜਿਹਾ ਆਪਾਂ ਨਿਊਮੈਰੀਕਲ ਟਰਾਈ ਕਰਕੇ ਦੇਖਦੇ ਹਾਂ। ਲੈਟਸ ਸਪੋਜ਼ ਆਪਣਾ ਅਗੇਨ ਜਿਵੇਂ ਕਾਰਟੇਜ਼ੀਅਨ ਪਲੇਨ ਹੈ, ਦਿਸ ਇਜ਼ ਐਕਸ ਐਕਸਿਸ, ਦਿਸ ਇਜ਼ ਵਾਈ ਐਕਸਿਸ। ਇੱਕ ਪਰਟੀਕੂਲਰ ਕੋਈ ਫੋਰਸ ਹੈਗੀ ਹੈ ਜਿਹੜੀ 100 ਨਿਊਟਨਸ ਦੀ ਫੋਰਸ ਹੈ ਐਂਡ 30 ਡਿਗਰੀ ਉਹ ਐਂਗਲ ਬਣਾ ਰਹੀ ਹੈ ਲੈਟਸ ਸੇ ਐਕਸ ਐਕਸਿਸ ਦੇ ਨਾਲ। ਠੀਕ ਹੈ, ਆਪਾਂ ਨੂੰ ਪਤਾ ਕਰਨ ਨੂੰ ਕਿਹਾ ਗਿਆ ਇਸ ਫੋਰਸ ਦਾ ਐਕਸ ਕੰਪੋਨੈਂਟ ਐਂਡ ਵਾਈ ਕੰਪੋਨੈਂਟ। ਸੋ ਇੱਕ ਕੰਪੋਨੈਂਟ ਆਪਣਾ ਹੋ ਗਿਆ ਆਹ, ਦਿਸ ਇਜ਼ ਦ ਐਕਸ ਕੰਪੋਨੈਂਟ, ਸੋ ਐਫ ਐਕਸ ਵੈਕਟਰ, ਐਂਡ ਸਿਮਿਲਰਲੀ दूसरा कंपोनेंट अपना हो जाएगा इधर वाला है ना। सो लेट्स ड्रॉ दिस इज एफ वाई वैक्टर, आ अपना जो ओरिजिनल वैक्टर गिवन सी वो है। सो की करेंगे आप एफ एक्स जो होगा आप क्लीयरली देख रहे हैं फोर्स के नाल इत्थे एंगल गिवन आपको 30। सो इनू मैं कितना लिख सकता एफ इंटू कॉस 30 है ना, डायरैक्टली देखो आप वही चीज़ चक्की। सिमिलरली जो एफ वाई है, एफ वाई वाले वैक्टर की जो आप गल करिए वो ओरिजिनल वैक्टर के नाल इत्थे एंगल नहीं बना रहा कोई, वो नहीं आपको मैंशन है इत्थे। ठीक है, सो जो उन्होंने इस फॉर्म से आप लिखना है तो आपको साइन यूज़ करना पड़ेगा एफ इंटू साइन 30, राइट। और यू कैन ऑल्सो डू आह कि जो आ 30 गिवन है इतने आ एंगल कितना होगा 60, राइट। तुम एफ वाई में इदा भी लिख सकते हो एफ वाई इज इक्वल्स टू एफ इंटू कॉस 60, राइट। बट ऐ करने की लोड़ नहीं हैगी, राइट। जनरली मैं एक्सप्लेन कर रहा कि जो आपको आ वाला एंगल गिवन है दैन वो फॉर्म से भी आप लिख सकते हैं, बट आप सिर्फ एक ही एंगल के नाल जनरली स्टिक करके चलते हैं। बस एक कॉस थीटा हो गया, एक साइन थीटा हो गया। कॉस थीटा वो वाला कंपोनेंट जिधर एंगल बन रहा सीगा, साइन थीटा किहदे नाल लग्या वो वाले कंपोनेंट दे नाल जिधर एंगल आप नहीं कंसीडर किया होया। गॉट इट। बस इनू हुण आप सॉल्व कर लैंदे आ। फोर्स दा मैग्नीट्यूड 100 गिवन ही है इंटू कॉस 30 √3/2 एंड आ हो जाएगा 100 इंटू साइन 30। साइन 30 आप कोल हुंदा 1/2 है ना। बस सॉल्व कर लो। एफ एक्स आप कोल कितना आ गया 50 √3 एंड एफ वाई आप कोल कितना आ गया 50 न्यूटन्स। क्लीयरली देख रहे हैं आपको इतने अगेन कि ज़्यादा डोमीनेट इतने कौन कर रहा है एफ एक्स वाला कंपोनेंट, बिकॉज √3 1 तो वड्डा होंदा। सो आ वाली जी वैल्यू हैगी है एफ वाई तो ज़्यादा होगी, राइट। सो एक पर्टिकुलर वैक्टर नूं आपां दो अलग अलग कंपोनेंट्स दे विच इत्थे प्रॉपरली की कीता ब्रेक डाउन किया या फिर रिजॉल्व किया। गॉट इट। हुण तक आप डिस्कस किया कि जिहड़े आ कंपोनेंट सीगे इन्हां दा मैग्नीट्यूड किवें आपां पता किया, राइट। हुण जे आपां डायरैक्शन की गल करिए दैट मीनस इस थीटा की गल करिए, राइट, इनू आपां किद्दां फाइंड कर सकते हैं, बिकॉज हो सकता आपां नूं थीटा गिवन ना होवे, आपां नूं इन्हां दा मैग्नीट्यूड गिवन होवे, राइट। कई बार उल्टा गिवन हो सकता। सो उहदे लई आपां की कर सकते हैं, देखो आपां कंपोनेंट फॉर्म 'च ब्रेक डाउन किया सी। एक तरीका हो गया कि पहलां आपां उन्हां नूं लिखीए ए एक्स इज इक्वल्स टू ए कॉस थीटा एंड ए वाई इज इक्वल्स टू ए साइन थीटा, राइट। लेट्स सपोज ए इक्वेशन मैं इक्वेशन चलो नॉर्मली दे दें, दिस इज इक्वेशन 1, दिस इज इक्वेशन 2। आपां हुण की करन लगे हां, वी आर गोइंग टू डिवाइड इक्वेशन सेकंड विद 1, राइट। डिवाइड जो आप करांगे सेकंड नूं 1 दे नाल की आऊगा ए वाई बाई ए एक्स, दैट इज ए बाई ए डिवाइड होकर कैंसल आउट हो जाऊगा एंड विल गेट साइन थीटा बाई कॉस थीटा दैट इज इक्वल टू द टेन थीटा। एंड बस इथों थीटा की वैल्यू कैलकुलेट कर लो। थीटा इज इक्वल्स टू टेन इनवर्स ए वाई बाई ए एक्स। सो इस फॉर्मूला यूज़ करके जे तुहानूं क्वेश्चन दे विच ए एक्स गिवन है एंड ए वाई गिवन है तो तुसी डायरैक्शन दैट मीनस जो थीटा एंगल है उन्होंने भी की कर सकते हो, ईजिली फाइंड कर सकते हो, ठीक है। ये बेस पर भी एक न्यूमेरिकल ट्राई करके देखते हैं आप। लेट्स से आप न्यूमेरिकल च गिवन है द मैग्नीट्यूड ऑफ एक्स एंड वाई कंपोनेंट्स ऑफ अ वैक्टर आर इक्वल। दैट मीनस कोई भी वैक्टर आप मान लें ए वैक्टर तो वह जो एक्स कंपोनेंट सीगा एंड वह वाई कंपोनेंट सीगा दोनों का मैग्नीट्यूड की है आपस के इक्वल है। ये क्वेश्चन दे विच गिवन है एंड यू हैव टू फाइंड द एंगल बिटवीन दैट वैक्टर, दैट मीनस जोड़ा भी ए वैक्टर सीगा एंड वह एक्स कंपोनेंट दैट मीनस ए एक्स वैक्टर, इन्होंने दोनों के एंगल कितना होगा वो पता करना है। बेसिकली यही चीज़ होगी ना। देखो आप कोल सीगा कार्टेशियन प्लेन, दिस वाज ए वैक्टर, राइट, एंड लेट मी चेंज कर लो इस पर्टिकुलर डायरैक्शन दे विच अपना होगा ए एक्स वैक्टर। तो आ एंगल थीटा है जो आपको फाइंड करने कहा गया। गॉट इट। सो सिंपली आप वही फॉर्मूला यूज़ करांगे जो आप इत्थे ड्राइव किया। थीटा इज इक्वल्स टू tan इनवर्स ए वाई बाई ए एक्स,
ठीक है, ए वाई डिवाइडेड बाई ए एक्स। बट ਆਪਾਂ ਨੂੰ ਤਾਂ ਪਤਾ ਇਹਨਾਂ ਦੋਨਾਂ ਦਾ ਮੈਗਨੀਟਿਊਡ ਹੀ ਸੇਮ ਹੈ, ਠੀਕ ਹੈ। ਐਂਡ ਜੇ ਦੋਨਾਂ ਦਾ ਮੈਗਨੀਟਿਊਡ ਸੇਮ ਹੈ ਤਾਂ ਦੋਨਾਂ ਨੂੰ ਜਦੋਂ ਆਪਾਂ ਡਿਵਾਈਡ ਕਰਾਂਗੇ ਯੂ ਵਿਲ ਗੈਟ 1, ਦੈਟ ਮੀਨਸ ਥੀਟਾ ਇਜ਼ ਇਕੁਅਲਸ ਟੂ ਟੈਨ ਇਨਵਰਸ 1। ਹੁਣ ਇਸ ਚੀਜ਼ ਦਾ ਕੀ ਮਤਲਬ ਹੈ, ਰਾਈਟ? ਟੈਨ ਇਨਵਰਸ 1 ਦਾ ਮਤਲਬ ਹੈ ਕਿ ਜਿਹੜਾ ਟੈਨ ਹੈ ਉਹ 1 ਕਦੋਂ ਹੁੰਦਾ? ਤੁਹਾਨੂੰ ਪਤਾ, ਦੇਖੋ ਟੈਨ 0 ਕਿੰਨਾ ਹੁੰਦਾ? 0, 1 ਤਾਂ ਨਹੀਂ ਹੈਗਾ ਇਹ 0 ਤੇ, ਰਾਈਟ? ਕਿੰਨੇ ਐਂਗਲ ਤੇ ਟੈਨ ਦੀ ਵੈਲਿਊ 1 ਹੁੰਦੀ ਹੈ ਤੁਸੀਂ ਆਹ ਪਤਾ ਕਰਨਾ ਹੈ। ਟੈਨ ਇਨਵਰਸ ਦਾ ਮਤਲਬ ਇਹ ਹੈ, ਉਲਟਾ ਹੈ, ਠੀਕ ਹੈ। ਦੈਨ ਟੈਨ 30 ਕਿੰਨਾ ਹੁੰਦਾ? 1 ਹੁੰਦਾ? ਬਿਲਕੁਲ ਨਹੀਂ, ਸੋ ਲੀਵ ਇਟ। ਦੈਨ ਟੈਨ 45 ਕਿੰਨਾ ਹੁੰਦਾ? 1 ਹੁੰਦਾ, ਰਾਈਟ? ਦੈਟ ਮੀਨਸ ਟੈਨ ਇਨਵਰਸ 1 ਦੀ ਵੈਲਿਊ ਕਿੰਨੀ ਆ ਜਾਊਗੀ? 45। ਗੋਟ ਇਟ? ਸੋ ਥੀਟਾ ਇਜ਼ ਇਕੁਅਲਸ ਟੂ 45 ਡਿਗਰੀਜ਼। ਬਸ ਇਹ ਚੀਜ਼ ਦੀ ਤੁਹਾਨੂੰ ਪ੍ਰੋਪਰਲੀ ਥੋੜੀ ਸਮਝ ਲੱਗਣੀ ਚਾਹੀਦੀ ਹੈ, ਬਿਕੋਜ਼ ਇਨਵਰਸ ਬਹੁਤ ਹਾਲੇ ਤੁਸੀਂ ਡੀਲ ਨਹੀਂ ਕੀਤਾ ਹੋਣਾ, ਰਾਈਟ? 11th 'ਚ ਵੀ, ਲੇਕਿਨ ਅੱਗੇ ਇਨਵਰਸ ਦੇ ਨਾਲ ਬਹੁਤ ਆਪਾਂ ਡੀਲ ਕਰਨਾ ਹੈ, ਮੈਥ 'ਚ ਵੀ ਐਂਡ ਫਿਜ਼ਿਕਸ ਦੇ ਵਿੱਚ ਵੀ, ਠੀਕ ਹੈ। ਸੋ ਟੈਨ ਇਨਵਰਸ 1 ਦਾ ਲਿਟਰਲੀ ਮਤਲਬ ਇਹ ਹੈ ਕਿ ਟੈਨ ਦੀ ਵੈਲਿਊ 1 ਕਦੋਂ ਹੁੰਦੀ ਹੈ? ਕਿੰਨੇ ਐਂਗਲ ਤੇ ਹੁੰਦੀ ਹੈ? ਕਿੰਨੇ ਤੇ ਹੁੰਦੀ ਹੈ? 45। ਦੈਟ ਮੀਨਸ ਆਹ ਵਾਲਾ ਜਿਹੜਾ ਐਂਗਲ ਹੈ ਥੀਟਾ, ਇਹ ਕਿੰਨੇ ਡਿਗਰੀ ਦਾ ਹੈਗਾ? 45 ਡਿਗਰੀ ਦਾ, ਠੀਕ ਹੈ। ਸਿਰਫ ਜਦੋਂ ਆਹ ਵਾਲਾ ਐਂਗਲ 45 ਡਿਗਰੀ ਦਾ ਹੋਊਗਾ ਉਦੋਂ ਹੀ ਆ ਕੇਸ ਹੋ ਸਕਦਾ ਕਿ ਮੈਗਨੀਟਿਊਡ ਦੋਨਾਂ ਦਾ ਕੀ ਹੋਵੇ? ਐਗਜ਼ੈਕਟਲੀ ਇਕੁਅਲ ਹੋਵੇ। ਗੋਟ ਇਟ? ਦਿਸ ਇਜ਼ ਗੋਇੰਗ ਟੂ ਬੀ ਦ ਲਾਸਟ ਨਿਊਮੈਰੀਕਲ ਆਫ ਟੂਡੇਜ਼ ਵੀਡੀਓ। ਲੈਟਸ ਸਪੋਜ਼ ਤੁਹਾਨੂੰ ਇਸ ਵਾਰੀ ਕਿਸੇ ਵੀ ਇੱਕ ਵੈਕਟਰ ਦੇ ਜਿਹੜੇ ਕੰਪੋਨੈਂਟਸ ਨੇ ਨਾ ਉਹਨਾਂ ਦਾ ਮੈਗਨੀਟਿਊਡ ਪਤਾ, ਠੀਕ ਹੈ। ਲੈਟਸ ਸਪੋਜ਼ ਜਿਵੇਂ ਐਕਸ ਕੰਪੋਨੈਂਟ ਇਹਦਾ, ਰਾਈਟ? ਐਕਸ ਕੰਪੋਨੈਂਟ ਜਿਹੜਾ ਹੈਗਾ ਇਹਦਾ ਇਹ ਐਕਸ, ਉਹਦਾ ਮੈਗਨੀਟਿਊਡ, ਇਹ ਐਕਸ ਵੈਕਟਰ ਦਾ ਮੈਗਨੀਟਿਊਡ, ਇਹਦੀ ਵੈਲਿਊ ਮੰਨ ਕੇ ਚੱਲਦੇ ਹਾਂ ਲੈਟਸ ਸਪੋਜ਼ 4 ਨਿਊਟਨਸ ਗਿਵਨ ਹੈ। ਐਂਡ ਇਸੇ ਵੈਕਟਰ ਦਾ ਜਿਹੜਾ ਵਾਈ ਕੰਪੋਨੈਂਟ ਹੈ, ਰਾਈਟ, ਦਿਸ ਵਨ, ਉਹਦੀ ਵੈਲਿਊ ਵੀ ਤੁਹਾਨੂੰ ਗਿਵਨ ਹੈ, ਮੰਨ ਕੇ ਚੱਲਦੇ ਹਾਂ ਲੈਟਸ ਸੇ 5 ਨਿਊਟਨਸ। ਓਕੇ, ਦਿਸ ਇਜ਼ 5 ਨਿਊਟਨਸ। ਤੁਹਾਨੂੰ ਪੁੱਛਿਆ ਗਿਆ ਹੁਣ ਇਸ ਵਾਰੀ ਇਹ ਵੈਕਟਰ ਕਿੰਨਾ ਹੋਊਗਾ, ਇਹਦੀ ਮੈਗਨੀਟਿਊਡ ਪਤਾ ਕਰਨਾ ਤੁਸੀਂ, ਇਹ ਵੈਕਟਰ ਦਾ ਮੈਗਨੀਟਿਊਡ, ਰਾਈਟ? ਸੋ ਲੈਟਸ ਸੀ ਕਿੱਦਾਂ ਪਤਾ ਕਰ ਸਕਦੇ ਹਾਂ? ਮਲਟੀਪਲ ਤਰੀਕੇ ਹੋ ਸਕਦੇ ਨੇ, ਰਾਈਟ? ਸਭ ਤੋਂ ਸਟ੍ਰੇਟ ਫਾਰਵਰਡ ਤਰੀਕਾ ਤੇ ਕਾ ਹੋ ਸਕਦਾ ਆਪਾਂ ਕੋਲ ਕਿ ਆਪਾਂ ਜਿਵੇਂ ਦੇਖੋ ਕੰਪੋਨੈਂਟ ਫਾਰਮ 'ਚ ਬ੍ਰੇਕਡਾਊਨ ਕਰਕੇ ਆਪਾਂ ਇਹ ਲਿਖਿਆ ਸੀਗਾ, ਜੇ ਯਾਦ ਹੋਵੇ, ਉਹੀ ਚੀਜ਼ ਕਿ ਇਹ ਐਕਸ ਜਿਹੜਾ ਹੈਗਾ ਉਹਨੂੰ ਆਪਾਂ ਲਿਖ ਸਕਦੇ ਹਾਂ a ਇੰਟੂ ਕੋਸ ਥੀਟਾ, ਬਿਕੋਜ਼ ਇਹ ਐਕਸ ਵਾਲੇ ਜਿਹੜੇ ਕੰਪੋਨੈਂਟ ਹੈ ਉਹਦੇ ਨਾਲ ਥੀਟਾ ਐਂਗਲ ਬਣ ਰਿਹਾ, ਸੋ ਕੋਸ ਥੀਟਾ ਆਊਗਾ ਉਹਦੇ ਨਾਲ। ਸਿਮਿਲਰਲੀ ਏ ਵਾਈ ਨੂੰ ਆਪਾਂ ਲਿਖਿਆ ਸੀਗਾ ਏ ਵਾਈ ਇਜ਼ ਇਕੁਅਲਸ ਟੂ ਏ ਸਾਈਨ ਥੀਟਾ, ਹੈ ਨਾ? ਸੋ ਜੇ ਦੋਨਾਂ ਇਕੁਏਸ਼ਨਸ ਨੂੰ ਤੁਸੀਂ ਕੀ ਕਰੋ? ਸਕੁਐਰਿੰਗ ਐਂਡ ਐਡਿੰਗ, ਦੋਨਾਂ ਇਕੁਏਸ਼ਨਸ ਨੂੰ ਸਕੁਐਰ ਕਰਕੇ ਐਡ ਕਰ ਦਿਓ, ਯੂ ਵਿਲ ਗੈਟ ਲੈਫਟ ਹੈਂਡ ਸਾਈਡ ਨੂੰ ਲੈਫਟ ਹੈਂਡ ਸਾਈਡ 'ਚ, ਰਾਈਟ ਹੈਂਡ ਸਾਈਡ ਨੂੰ ਰਾਈਟ ਹੈਂਡ ਸਾਈਡ 'ਚ, ਯੂ ਵਿਲ ਗੈਟ ਏ ਐਕਸ ਸਕੁਐਰ ਪਲਸ ਏ ਵਾਈ ਸਕੁਐਰ ਇਜ਼ ਇਕੁਅਲਸ ਟੂ ਏ ਸਕੁਐਰ ਕੋਸ ਸਕੁਐਰ ਥੀਟਾ ਪਲਸ ਏ ਦਾ ਸਕੁਐਰ ਸਾਈਨ ਸਕੁਐਰ ਥੀਟਾ। ਇਸ ਚੀਜ਼ 'ਚੋਂ ਏ ਦਾ ਸਕੁਐਰ ਕਾਮਨ ਲੈ ਲਓ, ਰਾਈਟ? ਏ ਦਾ ਸਕੁਐਰ ਜਦੋਂ ਤੁਸੀਂ ਕਾਮਨ ਲਓਗੇ ਅੰਦਰ ਕੀ ਰਹਿ ਜਾਊਗਾ? ਸਾਈਨ ਸਕੁਐਰ ਥੀਟਾ ਪਲਸ ਕੋਸ ਸਕੁਐਰ ਥੀਟਾ ਜਿਹੜਾ 1 ਹੁੰਦਾ ਹੈ ਨਾ? ਸੋ ਯੂ ਵਿਲ ਗੈਟ ਜਸਟ ਦਿਸ ਏ ਐਕਸ ਸਕੁਐਰ ਪਲਸ ਏ ਵਾਈ ਦਾ ਸਕੁਐਰ ਦੈਟ ਇਜ਼ ਇਕੁਅਲਸ ਟੂ ਏ ਸਕੁਐਰ। ਆਹ ਰਿਲੇਸ਼ਨ ਵੀ ਬਹੁਤ ਜ਼ਿਆਦਾ ਯੂਜ਼ ਹੋਊਗਾ ਇੱਦਾਂ ਦੀਆਂ ਪ੍ਰੋਬਲਮਸ 'ਚ। ਇਹਨੂੰ ਯੂਜ਼ ਕਰਕੇ ਹੁਣ ਆਪਾਂ ਆਨਸਰ ਫਾਈਂਡ ਕਰਦੇ ਹਾਂ। ਦੇਖੋ ਇਸ ਰਿਜ਼ਲਟ ਨੂੰ ਮੈਂ ਯੂਜ਼ ਕਰਨ ਲੱਗਾ, ਏ ਐਕਸ ਦਾ ਸਕੁਐਰ ਕਿੰਨਾ ਹੈ? ਦੈਟ ਇਜ਼ 4 ਦਾ ਸਕੁਐਰ, ਦੈਟ ਮੀਨਸ 16 ਪਲਸ ਏ ਵਾਈ ਦਾ ਸਕੁਐਰ ਕਿੰਨਾ ਆ ਜਾਊਗਾ? 25, ਰਾਈਟ? ਦੈਟ ਇਜ਼ ਈ ਦਾ ਸਕੁਐਰ। ਸੋ ਜੋ ਆਪਾਂ ਪਤਾ ਕਰਨਾ ਹੈ ਉਹਦਾ ਮੈਗਨੀਟਿਊਡ, ਠੀਕ ਹੈ। ਜਾਂ ਫਿਰ ਆਪਾਂ ਇੱਥੇ ਅੰਡਰ ਰੂਟ ਲਗਾ ਦਿੰਦੇ ਹਾਂ ਇੱਦਾਂ, ਬਸ ਇੱਥੋਂ ਆਪਾਂ ਨੂੰ ਆਨਸਰ ਪਤਾ ਲੱਗ ਜਾਊਗਾ। ਸੋ ਏ ਦਾ ਮੈਗਨੀਟਿਊਡ ਕਿੰਨਾ ਆ ਜਾਊਗਾ? 25 ਪਲਸ 16 ਕਿੰਨਾ ਆ ਗਿਆ? 41 ਦਾ ਅੰਡਰ ਰੂਟ। ਸੋ ਇੰਨੇ ਨਿਊਟਨ ਦੀ ਫੋਰਸ ਆ ਵਾਲੀ ਹੈ ਬੇਸਿਕਲੀ ਜਿਹੜਾ ਏ ਵੈਕਟਰ ਆਪਾਂ ਕੋਲ, ਠੀਕ ਹੈ। ਇਸ ਤੋਂ ਇਲਾਵਾ ਵੀ ਵੈਸੇ ਇੱਕ ਤਰੀਕਾ ਹੋਰ ਹੋ ਸਕਦਾ ਇਸ ਏ ਵੈਕਟਰ ਦੇ ਮੈਗਨੀਟਿਊਡ ਨੂੰ ਪਤਾ ਕਰਨ ਦਾ, ਬਿਕੋਜ਼ ਆਪਾਂ ਨੂੰ ਇੰਨਾ ਪਤਾ, ਦੇਖੋ ਆਹ ਜਿਹੜੀ ਸਾਈਡ ਹੈ ਏ ਵਾਈ, ਦਿਸ ਇਜ਼ ਆਲਸੋ ਏ ਵਾਈ, ਹੈ ਨਾ? ਸੋ ਇੱਥੇ ਤੁਸੀਂ ਕੀ ਕਰਨਾ? ਏ ਵਾਈ ਲਿਖ ਲੈਣਾ, ਦਿਸ ਇਜ਼ ਏ ਵਾਈ ਵੈਕਟਰ, ਠੀਕ ਹੈ। ਹੁਣ ਆਹ ਜਿਹੜੀ ਟ੍ਰਾਇੰਗਲ ਬਣ ਰਹੀ ਹੈ ਇਟ ਇਜ਼ ਅ ਰਾਈਟ ਐਂਗਲ ਟ੍ਰਾਇੰਗਲ, ਬਿਕੋਜ਼ ਇੱਥੇ 90 ਡਿਗਰੀ ਹੈ ਨਾ? ਸੋ ਇਸ ਰਾਈਟ ਐਂਗਲਡ ਟ੍ਰਾਇੰਗਲ ਨੂੰ ਮੈਂ ਇੱਥੇ ਡਰਾ ਕਰਨ ਲੱਗਾ। ਆਹ ਵਾਲੀ ਸਾਈਡ ਦਾ ਮੈਗਨੀਟਿਊਡ ਏ, ਆਹ ਵਾਲੀ ਸਾਈਡ ਦਾ ਮੈਗਨੀਟਿਊਡ ਏ ਵਾਈ, ਆਹ ਵਾਲੀ ਸਾਈਡ ਦਾ ਮੈਗਨੀਟਿਊਡ ਏ ਐਕਸ, ਐਂਡ ਲਿਟਰਲੀ ਬਿਕੋਜ਼ ਇਟ ਇਜ਼ ਅ ਰਾਈਟ ਐਂਗਲ ਟ੍ਰਾਇੰਗਲ ਤੁਸੀਂ ਇੱਥੇ ਕੀ ਯੂਜ਼ ਕਰ ਸਕਦੇ ਹੋ? ਪਾਇਥਾਗੋਰਸ ਥਿਓਰਮ। ਪਾਇਥਾਗੋਰਸ ਥਿਓਰਮ ਯੂਜ਼ ਕਰੋਗੇ ਸਟਿਲ ਯੂ ਵਿਲ ਗੈਟ ਦ ਸੇਮ ਰਿਜ਼ਲਟ। ਦੇਖੋ ਏ ਐਕਸ ਦਾ ਸਕੁਐਰ ਪਲਸ ਏ ਵਾਈ ਦਾ ਸਕੁਐਰ ਦੈਟ ਇਜ਼ ਇਕੁਅਲਸ ਟੂ ਏ ਸਕੁਐਰ। ਜਿਹੜਾ ਰਿਜ਼ਲਟ ਆਪਾਂ ਪਹਿਲਾਂ ਲਿਖਿਆ ਸੀ ਉਹੀ ਰਿਜ਼ਲਟ ਇੱਥੇ ਬਣ ਗਿਆ। ਦੈਟ ਮੀਨਸ ਏ ਦੀ ਵੈਲਿਊ ਫਾਈਂਡ ਕਰਨ ਦੇ ਲਈ ਅਗੇਨ ਉਹੀ ਫਾਰਮੂਲਾ ਆਪਾਂ ਕੋਲ ਇਸ ਤਰੀਕੇ ਨਾਲ ਵੀ ਡਰਾਈਵ ਹੋ ਜਾਊਗਾ, ਰਾਈਟ? ਇਸ ਚੀਜ਼ ਨੂੰ ਵੀ ਯੂਜ਼ ਕਰੋਗੇ ਅਗੇਨ ਤੁਸੀਂ ਇੱਥੇ ਹੀ ਪਹੁੰਚੋਗੇ, ਆਨਸਰ ਓਵਰਆਲ ਆਪਾਂ ਕੋਲ ਆਹੀ ਆਊਗਾ, ਏ ਇਜ਼ ਇਕੁਅਲਸ ਟੂ 41 ਦਾ ਅੰਡਰ ਰੂਟ ਐਨੇ ਨਿਊਟਨਸ, ਠੀਕ ਹੈ। ਸੋ ਕੋਈ ਮੈਥਡ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ, ਦੋਨੋਂ ਮੈਥਡਸ ਸਹੀ ਨੇ, ਬਿਲਕੁਲ ਕਰੈਕਟ ਨੇ, ਠੀਕ ਹੈ। ਸੋ ਹੁਣ ਆਪਾਂ ਸਮਰਾਈਜ਼ ਕਰਦੇ ਹਾਂ ਕਿ ਅੱਜ ਆਪਾਂ ਇਸ ਵੀਡੀਓ ਲੈਕਚਰ 'ਚ ਕੀ ਪੜ੍ਹਿਆ। ਆਪਾਂ ਕੋਲ ਏ ਵੈਕਟਰ ਗਿਵਨ ਸੀ, ਰਾਈਟ? ਉਹ ਤੋਂ ਆਪਾਂ ਕੀ ਕੀਤਾ? ਦੋ ਅਲੱਗ-ਅਲੱਗ ਕੰਪੋਨੈਂਟਸ ਬਣਾਏ, ਏ ਐਕਸ ਅਲੋਂਗ ਐਕਸ ਐਕਸਿਸ ਐਂਡ ਏ ਵਾਈ ਅਲੋਂਗ ਦਾ ਵਾਈ ਐਕਸਿਸ।
ਉਹਨਾਂ ਦੀ ਵੈਲਿਊ, ਉਹਨਾਂ ਦਾ ਮੈਗਨੀਟਿਊਡ ਜੇ ਆਪਾਂ ਪਤਾ ਕਰਨਾ ਹੋਵੇ ਤਾਂ ਆਪਾਂ ਕੀ ਕਰਦੇ ਹਾਂ, ਲੈਟਸ ਸੇ ਥੀਟਾ ਐਂਗਲ ਆਪਾਂ ਨੂੰ ਗਿਵਨ ਹੈ ਆਹ ਵਾਲਾ ਏ ਵੈਕਟਰ ਐਂਡ ਏ ਐਕਸ ਦੇ ਨਾਲ, ਤਾਂ ਆਪਾਂ ਕੀ ਕਰ ਸਕਦੇ ਹਾਂ, ਏ ਐਕਸ ਜਿਸ ਪਰਟੀਕੂਲਰ ਕੰਪੋਨੈਂਟ ਦੇ ਨਾਲ ਥੀਟਾ ਐਂਗਲ ਬਣ ਰਿਹਾ ਉਹਨੂੰ ਐ ਲਿਖ ਸਕਦੇ ਹਾਂ ਏ ਇੰਟੂ ਕੋਸ ਥੀਟਾ, ਐਂਡ ਜਿਹੜਾ ਦੂਸਰਾ ਵਾਲਾ ਕੰਪੋਨੈਂਟ ਹੈ ਏ ਵਾਈ ਜਿੱਥੇ ਥੀਟਾ ਐਂਗਲ ਨਹੀਂ ਹੈ ਉਹਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ ਏ ਇੰਟੂ ਸਾਈਨ ਥੀਟਾ। ਸੈਕੰਡਲੀ ਜੇ ਥੀਟਾ ਐਂਗਲ ਆਪਾਂ ਐਗਜ਼ੈਕਟਲੀ ਫਾਈਂਡ ਕਰਨਾ ਹੈ ਐਂਡ ਲੈਟਸ ਸੇ ਆਪਾਂ ਨੂੰ ਇਹਨਾਂ ਦੋਨਾਂ ਚੀਜ਼ਾਂ ਦੀ ਵੈਲਿਊ ਪਤਾ ਹੈ, ਇਹਨਾਂ ਦੇ ਮੈਗਨੀਟਿਊਡ ਦੀ ਵੈਲਿਊ ਪਤਾ ਹੈ, ਠੀਕ ਹੈ, ਦੈਨ ਆਪਾਂ ਕੀ ਕਰ ਸਕਦੇ ਹਾਂ, ਥੀਟਾ ਇਜ਼ ਇਕੁਅਲਸ ਟੂ ਆਰ ਡਾਇਰੈਕਟ ਰਿਜ਼ਲਟ ਆਪਾਂ ਯੂਜ਼ ਕਰ ਸਕਦੇ ਹਾਂ, ਥੀਟਾ ਇਜ਼ ਇਕੁਅਲਸ ਟੂ ਟੈਨ ਇਨਵਰਸ ਏ ਵਾਈ ਬਾਈ ਏ ਐਕਸ। ਐਂਡ ਐਟ ਦ ਐਂਡ ਆਪਾਂ ਇਹ ਦੇਖਿਆ ਕਿ ਜੇ ਆਪਾਂ ਨੂੰ ਇਹਨਾਂ ਦੋਨਾਂ ਦੀ ਮੈਗਨੀਟਿਊਡ ਦੀ ਵੈਲਿਊ ਪਤਾ ਹੈ ਐਂਡ ਏ ਵੈਕਟਰ ਦਾ ਮੈਗਨੀਟਿਊਡ ਪਤਾ ਕਰਨਾ ਹੈ, ਜਾਂ ਲੈਟਸ ਸੇ ਆਪਾਂ ਨੂੰ ਇਹਨਾਂ ਦੋਨਾਂ ਦਾ ਮੈਗਨੀਟਿਊਡ ਪਤਾ ਹੈ, ਕਿਸੇ ਤੀਸਰੇ ਦਾ ਮੈਗਨੀਟਿਊਡ ਪਤਾ ਕਰਨਾ ਹੈ, ਤਾਂ ਆਪਾਂ ਕਿਹੜਾ ਰਿਜ਼ਲਟ ਯੂਜ਼ ਕਰਦੇ ਹਾਂ, ਏ ਸਕੁਅਰ ਇਜ਼ ਇਕੁਅਲਸ ਟੂ ਏ ਐਕਸ ਦਾ ਸਕੁਅਰ ਪਲਸ ਏ ਵਾਈ ਦਾ ਸਕੁਅਰ, ਜਾਂ ਫਿਰ ਜੇ ਇੱਥੋਂ ਆਪਾਂ ਸਕੁਅਰ ਹਟਾਉਣਾ ਹੈ ਤਾਂ ਆਪਾਂ ਇੱਥੇ ਅੰਡਰ ਰੂਟ ਪਾ ਦਾਂਗੇ ਆਹ ਵਾਲਾ ਰਿਜ਼ਲਟ, ਠੀਕ ਹੈ। ਸੋ ਆਹ 2 3 4 ਜਿੰਨੇ ਵੀ ਰਿਜ਼ਲਟ ਨੇ ਇਹ ਤੁਹਾਡੇ ਮਾਈਂਡ 'ਚ ਹੋਣੇ ਚਾਹੀਦੇ ਨੇ, ਐਂਡ ਇਹਨਾਂ ਦੇ ਬੇਸਿਸ 'ਤੇ ਨਿਊਮੈਰੀਕਲਸ ਨੂੰ ਕਿੱਦਾਂ ਸੋਲਵ ਕਰਨਾ ਉਹ ਤੁਹਾਨੂੰ ਆਉਣਾ ਚਾਹੀਦਾ, ਠੀਕ ਹੈ।